के कपड़े उतरे हैं दिल्ली में, सीबीआई और ईडी ने उतारे हैं, वो दोबारा जो कपड़े फटे हुए हैं, कपड़े गंदे हुए हैं, उस कपड़ों को ड्राई क्लीन की कोशिश की है। और इंडस्ट्री से आते हैं भगवंत मान, और उस इंडस्ट्री का सबसे बड़ा हीरा जो है सिद्धू मूसेवाला, वो गोलियों से भून दिया गया। तो इसलिए बड़े बैकफुट के यहाँ पे बीजेपी आम आदमी सरकार थी। बिल्कुल कोई ब्रंट नहीं। हुण जाली पहला चक के करना चाहते इंटेरोगेशन, हुण कागज जड़े मंगाउणगे उत्थों कितों, पहला अपनी मर्जी ना जो मर्जी भर करना चाहते थे असीं कर लीए। बदला इन द सेंस, क्योंकि बीजेपी को तो हाथ लगा नहीं सकते। बीजेपी तो भाई ये जब ईडी और सीबीआई आती है तो ये डर लगता है। तो यहाँ कांग्रेस पे विजिलेंस यूज की है भी हिमाचल में हम अपनी छवि अच्छी कर सके। तुसी चोर हो, चोर ते चोरी ना चक्कण आए हो तुसी। सॉरी गाली सॉरी कागज दिखाओ, तुसी चोर हो। अपनी क्यों किवें रोक दोगे? अपना धक्के ना रोक रही है, देखो कोई कागज नहीं धक्के ना रोक रही है। क्योंकि संगरूर इलेक्शन के हारने के बाद खास तौर पे मजीठिया जी जो सबसे बड़े ड्रग ट्रेल में थे वो छूट गए इनसे, उसको जेल में नहीं रख सके, कोर्ट में ये कोई बात प्रूव नहीं कर सके। भाई अपनी मर्जी ना जावांगे, ਅਸੀਂ मर्जी ना जावांगे काका। ਸਾਡੇ ਸਾਹ ਨੂੰ ਮੈਂ ਦੱਸਦਾ उधर होके दसो, हां ना रोको, ਰੋਕਿਆ कागज लाओ, कागज लाओ। ਦੁਕਾਨ ਨੂੰ ਉੱਥੇ ਜਾ ਕੇ ਦਿਖਾਵਾਂਗੇ ਸੜਕ ਤੇ ਰੋਡ नहीं है कि मैं चक्की ले लूंगी, किवें चक्की ले लूंगी तुसी? ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰੀ ਤੋਂ ਬਾਅਦ ਲੁਧਿਆਣੇ ਦੇ ਵਿੱਚ ਭਖਿਆ ਮਾਹੌਲ। ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਗ੍ਰਿਫਤਾਰੀ ਦਾ ਡਟ ਕੇ ਕੀਤਾ ਵਿਰੋਧ। ਲੋਕ ਸਭਾ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਹੋਈ ਤਿੱਖੀ ਬਹਿਸ। ਭਾਰਤ ਭੂਸ਼ਣ ਆਸ਼ੂ ਤੇ ਕਰੋੜਾਂ ਰੁਪਏ ਦੇ ਘੁਟਾਲੇ ਦੇ ਲੱਗੇ ਇਲਜ਼ਾਮ। ਬੀਤੇ ਕੱਲ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਟੈਂਡਰਾਂ ਦੇ ਵਿੱਚ 2000 ਕਰੋੜ ਰੁਪਏ ਘੁਟਾਲੇ ਦੇ ਇਲਜ਼ਾਮ ਲੱਗੇ ਨੇ, ਜਿਸ ਦੇ ਚਲਦਿਆਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਬੀਤੇ ਕੱਲ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਮੰਤਰੀ ਦੀ ਗ੍ਰਿਫਤਾਰੀ ਉਦੋਂ ਹੁੰਦੀ ਹੈ ਜਦੋਂ ਉਹ ਸੈਲੂਨ ਦੇ ਵਿੱਚ ਬੈਠੇ ਹੁੰਦੇ ਨੇ ਤੇ ਉਸ ਸਮੇਂ ਵਿਜੀਲੈਂਸ ਦੇ ਅਧਿਕਾਰੀ ਆਉਂਦੇ ਨੇ ਤੇ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਨੇ। ਤੇ ਮੌਕੇ ਤੇ ਹੀ ਲੋਕ ਸਭਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਹੁੰਦੇ ਨੇ, ਜਿਨ੍ਹਾਂ ਦੀ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੁੰਦੀ ਹੈ। ਸੋ ਜਿਵੇਂ ਹੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਮਾਹੌਲ ਹੈ ਜਿਹੜਾ ਭਖ ਜਾਂਦਾ ਹੈ ਅਤੇ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਦੇ ਵੱਲੋਂ ਗ੍ਰਿਫਤਾਰੀ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ। ਦੱਸ ਦਈਏ ਕਿ ਲਗਾਤਾਰ ਹੀ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਦੀ ਰਡਾਰ ਤੇ ਸੀ, ਜਿਨ੍ਹਾਂ ਦੀ ਬੀਤੇ ਕੱਲ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਫੂਡ ਸਪਲਾਈ ਮੰਤਰੀ ਰਹੇ ਨੇ ਪੰਜਾਬ ਦੇ। ਤੇ ਜਿਵੇਂ ਹੀ ਮੰਤਰੀ ਦੀ ਗ੍ਰਿਫਤਾਰੀ ਹੁੰਦੀ ਆ, ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਵੱਡਾ ਹੰਗਾਮਾ ਦੇਖਣ ਨੂੰ ਮਿਲਦਾ ਹੈ। ਸੋ ਮੌਕੇ ਤੇ ਪਹੁੰਚੇ ਲੋਕ ਸਭਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਦੀ ਵੀ ਵਿਜੀਲੈਂਸ ਦੇ ਅਧਿਕਾਰੀ ਨਾਲ ਤਿੱਖੀ ਬਹਿਸਬਾਜ਼ੀ ਹੋ ਜਾਂਦੀ ਹੈ। ਇਸ ਦੇ ਚਲਦਿਆਂ ਕਿਤੇ ਨਾ ਕਿਤੇ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਿਲਾਂ ਵੀ ਹੁਣ ਘਿਰਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਵੇਂ ਹੀ ਤਿੱਖੀ ਬਹਿਸਬਾਜ਼ੀ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਹੁੰਦੀ ਹੈ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਸ਼ਿਕਾਇਤ ਦਰਜ ਕਰਨ ਦੀ ਗੱਲ ਆਖੀ ਜਾਂਦੀ ਹੈ। ਜੀ ਹਾਂ, ਰਵਨੀਤ ਸਿੰਘ ਬਿੱਟੂ ਖਿਲਾਫ ਪੁਲਿਸ ਕਮਿਸ਼ਨਰ ਨੂੰ FIR ਦਰਜ ਕਰਨ ਦੀ ਗੱਲ ਆਖੀ ਜਾਂਦੀ ਹੈ, ਕਿਉਂਕਿ ਉਹਨਾਂ ਦੇ ਵੱਲੋਂ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਈ ਗਈ। ਤਿੱਖੀ ਬਹਿਸਬਾਜ਼ੀ ਹੁੰਦੀ ਹੈ, ਜਿਸ ਦੇ ਚਲਦਿਆਂ ਮਾਮਲਾ ਦਰਜ ਕਰਨ ਦੀ ਗੱਲ ਆਖੀ ਜਾਂਦੀ ਹੈ। ਸੋ ਕਿਤੇ ਨਾ ਕਿਤੇ ਹੁਣ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਿਲਾਂ ਵੀ ਘਿਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਜਿਵੇਂ ਹੀ ਕੱਲ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕਰੋੜਾਂ ਰੁਪਏ ਘੁਟਾਲੇ ਦੇ ਚਲਦਿਆਂ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਵੱਡਾ ਹੰਗਾਮਾ ਦੇਖਣ ਨੂੰ ਮਿਲਦਾ ਹੈ। ਗ੍ਰਿਫਤਾਰੀ ਉਦੋਂ ਹੁੰਦੀ ਹੈ ਜਦੋਂ ਮੰਤਰੀ ਬਾਲ ਕਟਵਾਉਣ ਦੇ ਲਈ ਸੈਲੂਨ ਦੇ ਵਿੱਚ ਬੈਠੇ ਹੁੰਦੇ ਨੇ ਅਤੇ ਉਸ ਸਮੇਂ ਵਿਜੀਲੈਂਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਅਤੇ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਟੈਂਡਰਾਂ ਦੇ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਦੇ ਦੋਸ਼ ਲੱਗੇ ਨੇ, ਜਿਸ ਦੇ ਚਲਦਿਆਂ ਵਿਜੀਲੈਂਸ ਦੀ ਰਡਾਰ ਤੇ ਸੀ ਭਾਰਤ ਭੂਸ਼ਣ, ਜਿਨ੍ਹਾਂ ਨੂੰ ਵਿਜੀਲੈਂਸ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਹੈ। ਸੋ ਸਾਬਕਾ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਜਿਵੇਂ ਹੀ ਮੀਡੀਆ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਰਵਨੀਤ ਸਿੰਘ ਬਿੱਟੂ ਨੇ ਇਸ ਕਾਰਵਾਈ ਨੂੰ ਬਦਲਾਖੋਰੀ ਦੀ ਰਾਜਨੀਤੀ ਦੱਸਿਆ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਾਨੂੰਨ ਦਾ ਸਹਾਰਾ ਲੈਣਗੇ। ਹਾਲਾਂਕਿ ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵੱਲੋਂ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਸੋ ਅੱਗੇ ਗੱਲਬਾਤ ਕਰਦੇ ਹਾਂ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਅਤੇ ਉਹਨਾਂ ਦੇ ਵੱਲੋਂ ਆਪ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਗਏ ਨੇ। ਸੋ ਨਿਸ਼ਾਨੇ ਸਾਧਦਿਆਂ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ भी सुनाते हैं। हाँ जी अभी साहब क्या बताएंगे? देखो भाई, बिट्टू जी खुद ही बताइए कि ये सारा क्या मामला हुआ, कैसे उठाया गया, क्या सारा? देखो जो सिसोदिया जी के कपड़े उतरे हैं दिल्ली में, सीबीआई और ईडी ने उतारे हैं, वो दोबारा जो कपड़े फटे हुए हैं, कपड़े गंदे हुए हैं, उस कपड़ों को ड्राई क्लीन की कोशिश की है। क्योंकि हिमाचल इलेक्शन में जो सीबीआई और ईडी ने जो स्कैंडल, बड़े से बड़े लिकर स्कैंडल यहाँ आ रहे हैं, तो वही हमने भी शिकायत की थी। हमारी प्रेस कॉन्फ्रेंस हुई थी और गवर्नर साहब से टाइम मांगा था भी यहाँ भी वही सेम ठेकेदार जो भगवंत मान जी के साथ मिलके, जो वहाँ केजरीवाल साहब के साथ मिलके जिन्होंने हजारों करोड़ का गबन किया है, वो भी जब कोविड था वही ठेकेदार यहाँ शराब के ठेके उनको दिए गए हैं। उसके बारे में जब मुद्दा उठाया था तो उसका कहीं ना कहीं बदला लेने के लिए, बदला इन द सेंस, क्योंकि बीजेपी को तो हाथ लगा नहीं सकते। बीजेपी तो भाई ये जब ईडी और सीबीआई आती है तो ये डर लगता है। तो यहाँ कांग्रेस पे विजिलेंस यूज की है भी हिमाचल में हम अपनी छवि अच्छी कर सकें, क्योंकि संगरूर इलेक्शन के हारने के बाद खास तौर पे मजीठिया जी जो सबसे बड़े ड्रग ट्रेल में थे वो छूट गए इनसे, उसको जेल में नहीं रख सके, कोर्ट में ये कोई बात प्रूव नहीं कर सके। और इंडस्ट्री से आते हैं भगवंत मान, और उस इंडस्ट्री का सबसे बड़ा हीरा जो है सिद्धू मूसेवाला, वो गोलियों से भून दिया गया। तो इसलिए बड़े बैकफुट थे यहाँ पे बीजेपी आम आदमी सरकार थी। तो वो कहीं ना कहीं कोशिश है, हम तो खुद अपने सारी लीडरशिप, हमें पता था भी ये मुकदमा 18 तारीख को दर्ज हो चुका है, और ये पर क्या चाह रहे थे भी आशु जी को कहीं अकेले पकड़ के उनको बाद में इंटेरोगेशन करके जो आदतें रही हैं भाई कुछ भी उनको मनवाएंगे। लेकिन हमारा इसमें ये था भी हम उनको पेश करेंगे। आप बताइए, आज भी हम चंडीगढ़ से मैं और आशु जी इकट्ठे आए हैं और सारी 20 गाड़ियाँ 30 गाड़ियाँ और लुधियाना से थी। तो जब हमने उनको घर उतारा है और मैं अपने घर आ गया हूँ, उसी बीच में 2-3-4 मिनट में ये उनको उठाने आ गए हैं। तो मौके पे मैं वहाँ पे पहुँच गया। हमें ये नहीं समझ आ रही थी, क्योंकि ना तो कोई वर्दी में था, ना कोई मेरी बहस वहाँ पे हो रही है भाई आप आई कार्ड तो दिखा दो, अगर आप पुलिस वाले हो तो हम आपके साथ चलेंगे, इनको लेके जाएंगे, आप बता तो दो आपके पास कोई सम्मन है। चलो वो भी नहीं है, पुलिस उठा सकती है, पर पुलिस कोई आई कार्ड तो दिखा दो किसी का, क्योंकि आप कोई वर्दी में नहीं हो, आप कोई पुलिस वाले लग नहीं रहे हो, आप कौन हो। तो इसलिए यहाँ गुंडा राज हुआ है। इस तरीके से किसी एक्स मिनिस्टर को और किसी को भी उठा लिया जाएगा तो कोई बताएगा भी नहीं कौन उठाने लेके आ रहा है। गाड़ियाँ थी वो अपनी कोई पता नहीं और लेके आए थे, तो खुद वर्दी में नहीं थे, किसी के पास कोई आई कार्ड दिखाने के लिए नहीं था, कोई कागज नहीं था। तो फिर वो फ़ोन कर रहे थे पीछे से भी वहाँ से फ़ाइल हम भूल आए, फ़ाइल लेके आओ। हमने कहा भी ज़रूरत नहीं फ़ाइल की, चलना है तो मैं लेके चलता हूँ, क्योंकि हम डीजीपी के पास विजिलेंस के गए हैं, तो हमें एसएसपी साहब के जाने की क्या प्रॉब्लम है। तो आशु जी अब सीधा हमने एसएसपी साहब के सामने ऑफिस में उनको जो उनके ऊपर, क्योंकि कॉपी उन्होंने दे दी, 18 को पर्चा दर्ज किया है और उनको सरेंडर कर दिया। वो अब इनके सामने है, अब जो कानून करेगा वो देखेंगे। बाकी आपकी मीडिया है, मीडिया देखो वो पीसीसी प्रेसिडेंट हमारे, क्योंकि ये वर्किंग प्रेसिडेंट पंजाब के हैं, पंजाब कांग्रेस की, तो जो प्रोग्राम पहले मैंने कहा था, लेकिन अब जो पीसीसी प्रोग्राम बनाएगी, सारे पंजाब का प्रोग्राम बनाएगी राजा वड़िंग साहब और सीनियर लीडर, वो आगे प्रोग्राम चलेगा। उसकी वेट कर रहे हैं भी उनका क्या इसमें आगे संदेश आएगा, मैसेज आएगा। लेकिन आप ऊपर भी ये छोड़ते हैं, मीडिया भी ये ध्यान रखे। कोई आज देखो 117 के 17 जो हमारे जो एमएलए और जो हमारे कंटेस्टेड कैंडिडेट थे, वो 117 के 17 और 4 एमपी वहाँ पे पहुँचे भी। आप इनको हमने पेश किया है और वहाँ पे बैरिकेड लगा के उन्होंने कहा हमें ज़रूरत नहीं है। उसके बाद हम यहाँ आ गए हैं पूछ के भाई बता दो, अगर हम चंडीगढ़ नहीं तो हम लुधियाना एसएसपी के पेश कर देते हैं। लेकिन उनकी मंशा ये थी भी मीडिया से भी चोरी, सबसे चोरी इनको उठा के बड़े से बड़ा जो वो चाहते हैं केस इनके ऊपर डालें, और जिससे एक सेंसेशन क्रिएट हो सके। एक मीडिया में भी आशु को उठा लिया और इतने चीज़ों की हमने रिकवरी कर ली, इतना कुछ इनके ऊपर डाल दिया। वो चीज़ से हम सचेत थे भी ये चीज़ कर सकते हैं।
तो नहीं, भगवंत मान तो कहते हैं हम किसी का धक्का नहीं करेंगे। तो जो आपके भी सामने ही है, as- आपके as सामने part है। में- ਸਰ ਲੋਕ ਕਹਿੰਦੇ ਭਗਵੰਤ ਮਾਨ ਜੀ ਤੁਹਾਡੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਮੰਨਦੇ ਹੈਗੇ ਆ ਪਰ ਫਿਰ ਵੀ ਇਦਾਂ ਦੀ ਗੱਲ ਹੋਈ ਨਹੀਂ, ਭਗਵੰਤ ਮਾਨ ਇੱਕ ਕੁਲੀਗ ਹੋਣ ਨਾਤੇ ਉਹ ਸਾਰੇ ਹੀ ਹੁੰਦੇ ਆ, ਤੁਸੀਂ ਮੀਡੀਆ 'ਚ ਇੱਕ ਦੂਜੇ ਦੇ ਕੁਲੀਗ ਹੋ, ਜਿਵੇਂ ਇਕੱਠੇ ਖੜੇ ਹੋ, ਅਸੀਂ ਵੀ ਮੈਂਬਰ ਪਾਰਲੀਮੈਂਟ ਆ, ਕੁਲੀਗ ਆ, ਤੇ ਇਸ ਕਰਕੇ ਪਰ ਜਿਹੜਾ ਜਦੋਂ ਬੰਦਾ ਸੱਤਾ 'ਚ ਆ ਜੇ, ਜਦੋਂ ਬੰਦਾ ਤਾਕਤ 'ਚ ਆ ਜੇ, ਉਸ ਵੇਲੇ ਕੋਈ ਦੋਸਤੀ ਨਹੀਂ ਹੁੰਦੀ, ਕੋਈ ਯਾਰੀ ਨਹੀਂ ਹੁੰਦੀ, ਉਸ ਵੇਲੇ ਸਿਰਫ ਹੰਕਾਰ ਹੁੰਦਾ ਹੈ, ਸੱਤਾ ਦਾ ਹੰਕਾਰ। ਤੇ ਇਹ ਬਹੁਤ ਦੂਜੀ ਗੱਲ, ਪੰਜਾਬ ਦੇ ਚੀਫ ਮਿਨਿਸਟਰ ਦੇ ਹੱਥ ਕੁਛ ਨਹੀਂਗਾ। ਅੱਛਾ ਜੀ ਪਹਿਲੀ ਗੱਲ, ਭਗਵੰਤ ਮਾਨ ਦੇ ਜੋ ਦਿੱਲੀੋਂ ਡਾਇਰੈਕਸ਼ਨ ਆਉਂਦੀ ਆ, ਜੋ ਕੇਜਰੀਵਾਲ ਡਾਇਰੈਕਸ਼ਨ ਕਰਦੇ ਆ, ਇਹ ਤਾਂ ਇੱਕ ਕਠਪੁਤਲੀ ਆ ਤੇ ਉਹਨਾਂ ਦੇ ਨਾਲ ਪੰਜਾਬੀਆਂ ਨਾਲ ਧੱਕਾ ਕਰ ਰਹੇ ਆ। ਇਹ ਮੰਤਰੀ ਉਹ ਮੰਤਰੀ ਆ ਜਿਹਨੇ ਕੋਵਿਡ ਦੌਰਾਨ ਆਸ਼ੂ ਜੀ ਨੇ ਕੱਲੇ ਘਰ ਰਾਸ਼ਨ ਪਹੁੰਚਾਇਆ। ਤੁਸੀਂ ਅੰਦਾਜ਼ਾ ਲਾਓ ਉਸ ਲੋਕਡਾਊਨ 'ਚ ਕੀ ਹਾਲ ਸੀ, ਜਦੋਂ ਬਾਹਰ ਨਹੀਂ ਨਿਕਲਦੇ ਸੀ, ਇਹ ਕੱਲਾ ਇੱਕ ਗੱਡੀ ਮੰਤਰੀ ਲੈ ਕੇ ਜਾਂਦਾ ਸੀ। ਅੱਜ ਕਿਸਾਨ ਆ ਕੇ ਖੜੇ ਹੋਣ, ਜਿਨ੍ਹਾਂ ਦੇ 1 ਸਾਲ ਜਦੋਂ ਧਰਨਾ ਚੱਲ ਰਿਹਾ ਸੀ, ਇਹ ਵੀ ਇੱਕ ਲਾਈਫ ਟਾਈਮ ਗੱਲ ਸੀਗੀ। ਮਹਾਮਾਰੀ ਤਾਂ 100 ਸਾਲ ਬਾਅਦ ਇਹੋ ਜਿਹੀ ਆਈ ਆ, ਪਰ ਧਰਨੇ ਵੇਲੇ ਵੀ ਕਿਸਾਨਾਂ ਨੂੰ, ਚਾਹੇ ਉਹਨਾਂ ਦੀ ਕਣਕ ਦੀ ਫਸਲ ਸੀ, ਚਾਹੇ ਉਹਨਾਂ ਦੀ ਝੋਨੇ ਦੀ, ਇੱਕ ਕਿਸਾਨ ਨੂੰ ਤਕਲੀਫ ਨਹੀਂ ਆਉਣ ਦਿੱਤੀ। ਔਰ ਤੁਸੀਂ ਆਪ ਔਨ ਰਿਕਾਰਡ ਆ, ਇੱਕ ਵੀ ਮੰਡੀ 'ਚ ਕੋਵਿਡ ਦਾ ਕੇਸ ਨਹੀਂ ਹੋਇਆ। ਕੋਵਿਡ ਦੌਰਾਨ ਮੰਡੀ 'ਚ ਲੱਖਾਂ ਉੱਥੇ ਸੈਨੀਟਾਈਜ਼ਰ ਲੀਟਰ ਪਹੁੰਚਾਇਆ, ਮਾਸਕ ਉੱਥੇ ਪਹੁੰਚਾਏ, ਪਰ ਇੱਕ ਵੀ ਕਿਸਾਨ ਤੇ ਲੇਬਰ ਵਾਲੇ ਨੂੰ कोविड नहीं होने देता। ये सिला भगवंत मान की सरकार केजरीवाल दे रही। सानू कादी नहीं, सानू कादी घबराहट आ, नहीं सानू कादी घबराहट आ। असी तां कहने आ लो, ये कोई सुनिया कदे? लोग जाके कोटां च भजदे आ, पहलां असी कहने आ लो आशू जी ने आ फड़ो, साडे कोल बैठे आ। घबराहट सानू असीं तां आप लेके आए हैं, हुण भी आप दी गड्डी च लेके आए भी आ लो। ਅਸੀਂ ਉਹ ਡਰਨ ਵਾਲਿਆਂ ਚੋਂ ਨਹੀਂ ਗਏ। ਅਗਲੀ ਰਣਨੀਤੀ ਜੋ ਪੀਸੀਸੀ ਕਹੇਗੀ, ਪ੍ਰਦੇਸ਼ ਕਾਂਗਰਸ, ਤੇ ਦੂਜਾ ਸਾਨੂੰ ਕੋਰਟ ਤੇ ਵਿਸ਼ਵਾਸ ਆ। ਅਗਲੀ ਤਾਂ ਹਰ ਬੰਦੇ ਕੋਲ ਰੈਮਡੀ ਆ, ਸਾਡੇ ਕੋਲ ਪਹਿਲਾਂ ਲੋਅਰ ਕੋਰਟ ਜਾਵਾਂਗੇ, ਫਿਰ ਹਾਈ ਕੋਰਟ ਦੇ ਸਾਡੇਗਾ। ਉਹ ਸਾਡੀ ਲੀਗਲ ਟੀਮ ਆ ਜਿਹੜੀ, ਉਹ ਤਿਆਰ ਆ। आप ये कह रहे हैं कि आम आदमी पार्टी सत्ता का दुरुपयोग कर रही है? 100% ਨਹੀਂ, ਉਹੀ ਜਿਹੜਾ ਤੁਹਾਡੇ ਚਲਾ ਰਹੇ ਸੀ ਕੋਈ ਸਕੂਟਰ ਟੈਂਪੂ ਦੇ ਨੰਬਰ। ਇੱਕ ਮੈਨੂੰ ਹੈਰਾਨਗੀ ਦੀ ਗੱਲ ਆ, 70,000 ਕਰੋੜ ਦਾ ਕਣਕ ਝੋਨਾ ਵਿਕਦਾ ਏ ਇੱਕ ਸਾਲ ਦਾ, 70,000 ਕਰੋੜ ਦਾ ਪੰਜਾਬ 'ਚ, ਤੇ ਇਹਨਾਂ ਨੂੰ ਮੰਤਰੀ ਨੂੰ ਫੜਿਆ ਜਾਂਦਾ ਕਿਸੇ ਪਾਲਿਸੀ 'ਚ ਵੀ ਆਹ ਗਲਤ ਕੀਤੀ, ਆ ਐਕਸਚੇਕਰ ਦਾ ਇੰਨੇ ਲੱਖਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਪੰਜਾਬ ਨੂੰ। ਇਹ ਕੀ ਆਸ਼ੂਜ ਤੇ ਪਾ ਰਹੇ ਆ? ਇੱਕ ਠੇਕੇਦਾਰ ਦੇ ਟਰੱਕ 4 ਉਹਨਾਂ ਦੇ ਜਾਲੀ ਨੰਬਰ ਨੇ। ਉਹ ਆਸ਼ੂ ਡੀਟੀਓ ਲੱਗਿਆ ਜਾਂ ਆਸ਼ੂ ਆਰਟੀਓ ਲੱਗਿਆ, ਜਿਹਨੇ ਟਰੱਕਾਂ ਦੇ ਨੰਬਰ ਦੇਖਣੇ ਆ। ਉਹ ਲੱਖਾਂ ਮੰਡੀਆਂ 'ਚ ਲੱਖਾਂ ਟਰੱਕ ਚੱਲਦੇ ਆ। ਉਹ ਆਸ਼ੂ ਦਾ ਕੰਮ ਆ, ਮਿਨਿਸਟਰ ਦਾ ਕੰਮ ਆ। ਉਹ ਠੇਕੇਦਾਰ ਨੂੰ ਪੁੱਛੋ ਜਿਹਦੇ ਟਰੱਕ ਸੀ, ਜਾਂ ਜਿਹੜੇ ਅਫਸਰ ਸੀ ਉੱਥੇ ਮੰਡੀ ਬੋਰਡ ਜਿਹੜਾ, ਉਹ ਅੰਦਰ ਜਿਹੜੀ ਅੰਦਰ ਆਉਂਦੇ ਆ, ਬਾਹਰ ਜਾਂਦੇ ਆ ਟਰੱਕ, ਉਹਨਾਂ ਦਾ ਕੰਮ ਆ। ਇਹ ਮੰਤਰੀ ਦਾ ਕੰਮ ਆ ਵੀ ਟਰੱਕ ਜਿਹੜੇ 17 ਜੇ ਇੱਕ ਮੰਡੀ 'ਚ ਗਲਤ ਆ ਗਏ। ਤੇ ਦੂਜੀ ਗੱਲ, ਟੈਂਡਰ ਕਿਸ ਚੀਜ਼ ਦਾ ਹੁੰਦਾ? ਵੇਟ ਦਾ ਤੇ ਕਿਲੋਮੀਟਰ ਦਾ। ਤੁਸੀਂ ਟਰਾਲੀ 'ਚ ਲੈ ਕੇ ਜਾਂਦੇ ਹੋ, ਟਰੱਕ 'ਚ ਲੈ ਕੇ ਜਾਂਦੇ ਹੋ, ਉਹ ਕੁਛ ਉਹਦਾ ਨਹੀਂ, ਸਰਕਾਰ ਨੇ ਪੈਸੇ ਦੇਣੇ ਹੁੰਦੇ ਆ ਵੇਟ ਤੇ ਕਿਲੋਮੀਟਰ ਦੇ। ਉਹ 'ਚ ਕੋਈ ਕਮੀ ਆ ਸਾਨੂੰ ਦੱਸੋ। ਇਸ ਕਰਕੇ ਇਹ ਜਵਾਕਾਂ ਵਾਲੀ ਗੱਲ ਵੀ ਆ, ਸਕੂਟਰ ਦਾ ਨੰਬਰ ਆ ਗਿਆ ਜੀ, ਇਹ ਟੈਂਪੂ ਦਾ ਨੰਬਰ ਆ ਗਿਆ ਜੀ, ਇਸ ਕਰਕੇ ਇਹ ਆਸ਼ੂ ਦਾ ਕੰਮ ਆ। ਠੇਕੇਦਾਰਾਂ ਨੇ ਵੀ ਅੱਜ ਕਾਹਦੀ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਗੱਲ ਦੀ? ਕਿਉਂ ਮੰਤਰੀ ਲੱਖਾਂ ਟਰੱਕਾਂ ਦੇ ਨੰਬਰ ਚੈੱਕ ਕਰਨ ਨੂੰ ਰੱਖਿਆ ਜਾਂ ਪਾਲਿਸੀ ਬਣਾਉਣ ਨੂੰ? ਮੰਤਰੀ ਦਾ ਕੰਮ ਕੈਬਨਿਟ 'ਚ ਪਾਲਿਸੀ ਬਣਾਉਣਾ ਹੁੰਦਾ ਏ। ਜ਼ਿੰਮੇਵਾਰ ਲੱਭਣ ਕੌਣ ਆ ਥੱਲੇ? ਕੋਈ ਠੇਕੇਦਾਰ ਲੱਭਣ ਜਿਹਦੀ ਕਸੂਰ ਆ, ਥੱਲੇ ਕੋਈ ਅਫਸਰ ਜਿਹੜਾ ਕਸੂਰ ਆ ਮੰਡੀ ਦਾ, ਉਹਦਾ ਦੇਖਣ। ਠੇਕੇਦਾਰ ਵੀ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ ਆਸ਼ੂਈ ਦੇ ਖਿਲਾਫ ਵੀ। ਉਹਨਾਂ ਦੇ ਜੇਬ 'ਚ ਜੇ ਦੇਖੋਗੇ, ਸਾਰਿਆਂ ਦੇ ਜੇਬਾਂ 'ਚ ਆਮ ਆਦਮੀ ਪਾਰਟੀ ਦੇ ਆਈ ਕਾਰਡ ਲੱਭਣਗੇ, ਤੁਹਾਨੂੰ ਕੋਈ ਠੇਕੇਦਾਰ ਨਹੀਂਗਾ। ਏਵਨ ਮੀਡੀਆ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਖਾਸ ਰਿਪੋਰਟ।